ਭਾਰਤ ਦੀ ਵਿਕਾਸ ਦਰ ਮੂੰਹ ਦੇ ਮੂੰਹ ਹੈ। GDP 23.9% ਡਿੱਗੀ ਹੈ। ਕੋਰੋਨਾ ਸੰਕਟ ਦੇ ਵਿੱਚ ਲੋਕਡਾਊਨ ਇਸ ਦਾ ਪ੍ਰਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਹਨਾਂ ਹਾਲਾਤਾਂ ਅਤੇ ਇਸ ਦਲਦਲ ਚੋਂ ਨਿਕਲਣ ਦੇ ਹੱਲ ਬਾਰੇ ਉਦਯੋਗਪਤੀਆਂ ਤੇ ਵਪਾਰੀ ਵਰਗ ਤੋਂ ਜਾਣਦੇ ਹਾਂ। ਸਰ, ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡਾ ਦੇਸ਼ ਇਸ ਵਕਤ ਕਿਸੇ ਵੀ ਕੰਟਰੋਲ ਮੇਜਰ ਦੇ ਅੰਡਰ ਨਹੀਂ ਹੈ ਜੀ। ਕਿਸੇ ਚੀਜ਼ ਦੇ ਉੱਤੇ ਕਿਸੇ ਕਿਸਮ ਦਾ ਵੀ ਕੰਟਰੋਲ ਨਹੀਂ ਹੈ। ਫਾਰ ਐਗਜ਼ਾਮਪਲ ਇਫ ਵੀ ਟਾਕ ਅਬਾਊਟ ਦੀ ਰਾ ਮਟੀਰੀਅਲ ਦੀ ਗੱਲ ਕਰ ਲਈਏ, ਸਟੀਲ ਪ੍ਰਾਈਸਿਸ ਆਊਟ ਆਫ ਕੰਟਰੋਲ ਜਾ ਰਹੇ ਨੇ, ਆਇਲ ਦੇ ਪ੍ਰਾਈਸਿਸ ਆਊਟ ਆਫ ਕੰਟਰੋਲ ਜਾ ਰਹੇ ਆ, ट्रांसपोर्ट बिजनेस ਜਿਹੜਾ ਹੈਗਾ ਬਹੁਤ ਆਊਟ ਆਫ ਕੰਟਰੋਲ ਉਹਦੇ ਪ੍ਰਾਈਸਿਸ ਜਾ ਰਹੇ ਹੈ। ਇਸ ਕਰਕੇ ਸਾਡੀ ਫਾਸਟ ਇੰਡਸਟਰੀ ਹੈ, ਕਿਉਂਕਿ ਜਿਹੜਾ ਮੈਨੂਫੈਕਚਰਿੰਗ ਸੈਕਟਰ ਹੈ ਉਹਦੀ ਅਬਾਊਟ ਟੂ ਸੇ ਐਤਕੀ ਜਿਹੜੀ ਮੰਥ ਦੀ ਸਾਡੀ GDP ਆਈ ਹੈ ਮਾਈਨਸ ਆਈ ਹੈ 24%, ਤੇ ਉਹਦੇ ਨਾਲ ਜਿਹੜਾ ਮੈਨੂਫੈਕਚਰਿੰਗ ਸੈਕਟਰ ਹੈ ਉਹ ਅਬਾਊਟ ਟੂ ਸੇ 50% ਡਾਊਨ ਹੈ ਜੀ। ਤਾਂ ਕਰਕੇ 23.9 ਦੇ ਕਰੀਬ ਆਪਣੀ ਮਾਈਨਸ GDP ਆਈ ਹੈ। 50% ਦੇ ਕਰੀਬ ਸਾਡਾ ਜਿਹੜਾ ਮੈਨੂਫੈਕਚਰਿੰਗ ਸੈਕਟਰ ਬੰਦ ਪਿਆ ਜੀ ਇਸ ਵਕਤ। ਤੇ ਫਾਸਟਨਰ ਇੰਡਸਟਰੀ ਦਾ ਤੁਸੀਂ ਸਮਝ ਸਕਦੇ ਹੋ, ਕੰਸਟਰਕਸ਼ਨ ਇੰਡਸਟਰੀ ਨਾਲ ਸਾਰਾ ਰਿਲੇਟਡ ਹੈ, ट्रांसपोर्टेशन ਨਾਲ ਰਿਲੇਟਡ ਹੈ। ਇਹ ਸਾਰਾ ਫਾਸਟ ਇੰਡਸਟਰੀ ਤੇ ਡਿਪੈਂਡੈਂਟ ਹੈ ਜੀ। ਜੇ ਇਹ ਬੰਦ ਨੇ ਸਾਰੇ ਸੈਕਟਰ ਤੇ ਸਾਡੇ ਸੈਕਟਰ ਕਿਸ ਤਰ੍ਹਾਂ ਚੱਲ ਪੈਣਗੇ? ਕੰਸਟਰਕਸ਼ਨ ਇੰਡਸਟਰੀ ਟੋਟਲੀ ਬੰਦ ਹੈ। ਕਾਰਨ ਕੀ ਦਾ ਅਗਰ ਇਹਨੂੰ ਬਚਾਉਣਾ ਨਹੀਂ ਜਾਏਗਾ, ਇਹਨੂੰ ਬਚਾਉਣਾ ਜੀ ਇਸ ਵਕਤ ਕੀ ਹੈ ਜੀ, ਸਾਡਾ ਜਿਹੜਾ ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਆਈ ਹੈ, ਸਾਡੇ ਫਾਈਨਾਂਸ ਮਿਨਿਸਟਰ ਸਾਹਿਬ ਨੇ ਇਹ ਕਹਿਤਾ ਜੀ ਇਹ ਤਾਂ ਇੱਕ ਭਗਵਾਨ ਭਰੋਸੇ ਹੈ ਕਿ ਭਗਵਾਨ ਦੀ ਆਪਦਾ ਹੈ। ਪਰ ਇਹ ਭਗਵਾਨ ਦੀ ਆਪਦਾ ਨਹੀਂ, ਅਸੀਂ ਇਹਨੂੰ ਲੈ ਸਕਦੇ। ਇਹਨੂੰ ਤਾਂ ਆਪਾਂ ਨੂੰ ਬਹੁਤ ਹੀ ਸਟਰੋਂਗ ਵੇ ਨਾਲ ਲੜਾਈ ਕਰਨੀ ਪਏਗੀ। ਸਟਰੋਂਗ ਵੇ ਨਾਲ ਲੜਾਈ ਕੀ ਕਰਨੀ ਪਏਗੀ? ਸਾਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਤੇ ਵੀ ਨਹੀਂ ਕਿਹਾ ਵੀ ਲੋਕਡਾਊਨ ਕਰਨਾ ਸੀ, ਪਰ ਅਸੀਂ ਉਹਦੀ ਗਾਈਡਲਾਈਨ ਦੇ ਉਲਟ ਜਾ ਕੇ ਆਪਣੇ ਦੇਸ਼ ਦੇ ਵਿੱਚ ਸਾਰੇ ਦੇ ਵਿੱਚ ਆਪਣੇ ਤਰੀਕੇ ਨਾਲ ਲੋਕਡਾਊਨ ਕਰ ਰਹੇ ਹਾਂ। ਸਾਡੇ ਸਟੇਟ ਗਵਰਨਮੈਂਟ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਆਪਣੇ ਤਰੀਕੇ ਨਾਲ ਲੋਕਡਾਊਨ ਕਰ ਰਹੀਆਂ ਨੇ, ਸੈਂਟਰ ਗਵਰਨਮੈਂਟ ਆਪਣੇ ਤਰੀਕੇ ਨਾਲ ਲੋਕਡਾਊਨ ਅਨਾਉਂਸ ਕਰ ਦਿੰਦਾ, ਜਦ ਕਿ ਵਰਲਡ ਬੈਂਕ ਕਿਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹਨਾਂ ਨੂੰ ਕਿਤੇ ਵੀ ਨਹੀਂ ਗਾਈਡ ਕਰ ਰਿਹਾ। ਉਹ ਤਾਂ ਸਿੰਪਲ ਇੱਕ ਕੰਟਰੋਲ ਦੇ ਪ੍ਰੀਵੈਂਟਿਵ ਮੈਜਰਸ ਬਾਰੇ ਦੱਸ ਰਹੇ ਹੋ। ਕੰਟਰੋਲ ਐਂਡ ਪ੍ਰੀਵੈਂਟਿਵ ਮੈਜਰ ਅਗਰ ਅਸੀਂ ਲੈਂਦੇ ਤਾਂ ਸਾਡੇ ਦੇਸ਼ ਦੀ ਸ਼ਾਇਦ GDP ਇੰਨੀ ਥੱਲੇ ਨਾ ਜਾਂਦੀ ਤੇ ਸਾਡਾ ਮੈਨੂਫੈਕਚਰਿੰਗ ਸੈਕਟਰ ਕਿਤੇ ਇੰਨਾ ਥੱਲੇ ਡਰੋਨ ਨਾ ਹੋ ਜਾਂਦਾ, ਅਸੀਂ ਬਚ ਜਾਣਾ ਸੀ ਕਿਤੇ ਨਾ ਕਿਤੇ। ਇੰਡਸਟਰੀ ਨੂੰ ਨਹੀਂ ਬਚਾਇਆ ਗਿਆ ਤਾਂ ਕੀ ਹੋਊਗਾ? ਫਾਸਟ ਇੰਡਸਟਰੀ ਨੂੰ ਨਾ ਬਚਾਇਆ ਗਿਆ ਤਾਂ ਸਰ ਇਹਦੇ ਤਾਂ परिणाम ਬਹੁਤ ਹੀ ਮਤਲਬ ਨੈਗੇਟਿਵ ਜਾਣਗੇ, ਕਿਉਂਕਿ ਅਨਐਮਪਲੋਇਮੈਂਟ ਇੰਨਾ ਵੱਡਾ ਜਨਰੇਟ ਹੋ ਜਾਏਗਾ। ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਹੈ ਉਹ ਤਾਂ ਇੱਕ ਪਾਸੇ ਹੀ ਰਹਿ ਜਾਏਗੀ ਜੀ। ਇਹ ਜਿਹੜੀ ਅਨਐਮਪਲੋਇਮੈਂਟ ਦੀ ਸਿਚੁਏਸ਼ਨ ਆਣੀ ਹੈ, ਇਹ ਦੇਸ਼ ਦੇ ਵਿੱਚ ਇੱਕ ਖਾਨਾ ਜੰਗੀ ਹੋਏਗੀ। ਇੱਕ ਦੂਸਰੇ ਨੂੰ ਹੀ ਲੋਕ ਲੁੱਟਣਾ ਸ਼ੁਰੂ ਕਰ ਦੇਣਗੇ। ਤੁਸੀਂ ਦੇਖਣਾ ਥੋੜੇ ਦੇਰ ਤੱਕ ਇੱਥੇ ਡਕੈਤੀਆਂ ਤੇ ਚੋਰੀਆਂ ਵੀ ਸ਼ੁਰੂ ਹੋ ਸਕਦੀਆਂ ਨੇ, ਕਿਉਂਕਿ ਅਗਰ ਕਿਸੇ ਨੂੰ ਖਾਣ ਨੂੰ ਨਹੀਂ ਮਿਲੇਗਾ ਤੇ ਸਰ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ ਜੀ? ਉਹ ਬੰਦਾ ਕੀ ਕਰੇਗਾ? ਆਪਣਾ ਰੋਜ਼ਗਾਰ ਹੀ ਉਹਦਾ ਬੰਦ ਹੋ ਗਿਆ। ਇਸ ਵਕਤ ਤੁਹਾਨੂੰ ਮੈਂ ਇੱਕ ਲੇਟੈਸਟ ਇਨਫੋਰਮੇਸ਼ਨ ਛੋਟੀ ਜਿਹੀ ਵਿਦਨ 1 ਸੈਕਿੰਡ ਹੀ ਦੱਸ ਦਿੰਦਾ ਕਿ ਮੇਰੀ ਫੈਕਟਰੀ ਦੇ ਵਿੱਚ ਅਸੀਂ ਮਾੜਾ ਜਿਹਾ ਬਾਹਰ ਇੱਕ EMPLOYMENT ਵਾਸਤੇ ਬੋਰਡ ਲਗਾਇਆ ਸੀ, ਅਬਾਊਟ ਟੂ ਸੇ 20 ਕੈਂਡੀਡੇਟ ਡੇਲੀ ਮੇਰੀ ਫੈਕਟਰੀ ਦੇ ਵਿੱਚ ਆ ਰਹੇ, ਸਰ ਸਾਨੂੰ ਰੱਖ ਲਓ, ਸਰ ਸਾਨੂੰ ਰੱਖ ਲਓ। ਮਤਲਬ ਇੰਨੀ ਮਾੜੀ ਸਿਚੁਏਸ਼ਨ ਮੈਂ ਜ਼ਿੰਦਗੀ 'ਚ ਨਹੀਂ ਕਦੇ ਦੇਖੀ। ਪਹਿਲਾਂ ਅਸੀਂ ਕੀ ਫੋਨ ਕਰ ਕਰਕੇ EMPLOYMENT ਏਜੰਸੀਜ਼ ਨੂੰ ਫੋਨ ਕਰਦੇ ਸੀ, ਸਾਨੂੰ 10 ਦਿਨ ਬਾਅਦ ਇੱਕ ਬੰਦਾ ਭੇਜਦੇ ਸੀ। ਪਰ ਅੱਜ ਦੀ ਡੇਟ ਵਿਦਆਊਟ ਐਨੀ ਇਨਫੋਰਮੇਸ਼ਨ ਸਾਡੇ ਕੋਲ 20 ਵਿਚਾਰੇ ਕੈਂਡੀਡੇਟ ਆ ਰਹੇ ਆ। ਯਾਰ ਕਿੰਨੀ ਦੇਸ਼ ਦੀ ਸਾਡੀ ਮਾੜੀ ਹਾਲਤ ਹੋ ਗਈ ਹੈ। ਜਿੱਥੋਂ ਤੱਕ ਫਾਸਟ ਇੰਡਸਟਰੀ ਦਾ ਸਵਾਲ ਹੈ, ਇਹਦੀ ਜਿਹੜੀ ਡਾਊਨਫਾਲ ਹੈ ਪਿਛਲੇ ਸਾਲ ਤੋਂ ਸ਼ੁਰੂ ਹੋ ਗਈ ਸੀਗੀ 2019-20 ਤੋਂ, ਕਿਉਂਕਿ ਆਟੋ ਸੈਕਟਰ ਸਲੋਲੀ ਗ੍ਰੈਜੂਅਲੀ ਥੱਲੇ ਜਾਣਾ ਸ਼ੁਰੂ ਹੋ ਗਿਆ ਸੀ ਡਿਊ ਟੂ ਕਿ ਸੁਪਰੀਮ ਕੋਰਟ ਨੇ BS6 ਮਾਡਲ ਇੰਟਰੋਡਿਊਸ ਕਰਨ ਵਾਸਤੇ ਕਹਿਤਾ ਸੀਗਾ, ਔਰ ਜਿੰਨੀ ਵੀ ਆਟੋ ਸੈਕਟਰ ਵਾਲੀਆਂ ਕੰਪਨੀਆਂ ਸੀ ਉਹਨਾਂ ਨੇ ਆਪਣੀਆਂ ਪ੍ਰੋਡਕਸ਼ਨ ਘੱਟ ਕਰ ਦਿੱਤੀਆਂ ਸੀਗੀਆਂ। ਇਸ ਤੋਂ ਬਾਅਦ ਦੇ ਵਿੱਚ ਜਦੋਂ ਹੀ ਲਾਕਡਾਊਨ ਸ਼ੁਰੂ ਹੋਇਆ, ਕੋਵਿਡ-19 ਦੀ ਸਮੱਸਿਆ ਸਾਡੇ ਸਾਹਮਣੇ ਆਈ, ਤੇ ਇਹਦੇ ਨਾਲ ਤੁਸੀਂ ਇਹ ਮੰਨ ਕੇ ਚੱਲੋ ਕਿ ਸਾਡੀ ਇੰਡਸਟਰੀ ਆਲਮੋਸਟ ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਬੰਦ ਹੀ ਹੈ। ਇਟਸ ਔਨ ਦਾ ਵਰਜ ਆਫ ਕਲੋਜ਼ਰ ਡਿਊ ਟੂ ਕੋਵਿਡ ਐਂਡ ਰੋਂਗ ਪਾਲਿਸੀਜ਼ ਆਫ ਸੈਂਟਰ ਗਵਰਨਮੈਂਟ, ਜਿਹਦੇ ਵਿੱਚ ਕਿ ਉਹਨਾਂ ਦੀ ਪ੍ਰੋਕਿਉਰਮੈਂਟ ਦੀ ਕਮੀਆਂ, ਪਾਲਿਸੀਜ਼ ਦੀ ਕਮੀਆਂ ਦੇ ਹੋਣ ਕਰਕੇ ਸਾਡੀ ਇੰਡਸਟਰੀ ਜਿਹੜੀ ਫਾਸਟ ਇੰਡਸਟਰੀ ਹੈ, ਜਿਹੜੇ ਕਿ ਤਕਰੀਬਨ ਪੰਜਾਬ ਦੇ ਵਿੱਚ 1500 ਦੇ ਕਰੀਬ ਯੂਨਿਟ ਇਸ ਵੇਲੇ ਇੱਥੇ ਕੰਮ ਕਰ ਰਹੇ ਨੇ। MSCs, ਮਾਈਕਰੋ ਸਮਾਲ ਐਂਟਰਪ੍ਰੀਨਿਓਰਸ, ਕੁਛ ਲਾਰਜ ਵੀ ਨੇ। ਕੁੱਲ ਮਿਲਾ ਕੇ ਇੱਥੇ ਜਿਹੜੀ ਅਗਰ ਦੇਖਿਆ ਜਾਵੇ ਤੇ ਡਾਇਰੈਕਟਲੀ ਜਿਹੜੀ ਇਨਵਾਇਰਡ ਲੇਬਰ ਹੈਗੀ, ਲੱਖ ਦੇ ਕਰੀਬ ਵਰਕਰ ਸਾਡੀਆਂ ਫੈਕਟਰੀਆਂ 'ਚ ਕੰਮ ਕਰਦੇ ਨੇ। ਉਹਨਾਂ ਦੀਆਂ ਫੈਮਿਲੀਜ਼ ਜਿਹੜੀਆਂ ਉਹਨਾਂ ਤੋਂ ਪਲਦੀਆਂ ਨੇ। ਫਿਰ ਸਾਡੇ ਨਾਲ 4-5 ਲੱਖ ਲੋਕ ਜਿਹੜੇ ਨੇ, ਜਿਹੜੇ ਕਿ ਸਾਨੂੰ ਅਲਾਈਡ ਸਰਵਿਸ ਦਿੰਦੇ ਨੇ, ਜਿਹਦੇ 'ਚ ਕਿ ਲੇਬਰ ਜੌਬਸ ਹੋ ਗਈਆਂ, ਟੂਲਿੰਗਸ ਬਣਾਉਣੀ ਹੋ ਗਈ, ਡਾਈਜ਼ ਹੋ ਗਈਆਂ, ਹੋਰ ਜਿਹੜੇ ਸਾਡੇ ਰੋਜ਼ਮਰਾ ਯੂਜ਼ ਚਾਣ ਵਾਲੇ ਸਮਾਨ ਨੇ ਸਾਨੂੰ ਸਪਲਾਈ ਕਰਨ ਵਾਲੀ ਹੁੰਦੀਆਂ ਨੇ। ਸੋ ਟੋਟਲ ਅਗਰ ਆਪਾਂ ਇਹਨੂੰ ਦੇਖੀਏ ਤੇ 5 ਲੱਖ ਲੋਕ ਜਿਹੜੇ ਨੇ ਡਾਇਰੈਕਟਲੀ ਔਰ ਉਹਨਾਂ ਦੀਆਂ ਫੈਮਿਲੀਜ਼ ਇਹਦੇ ਨਾਲ ਅਫੈਕਟਡ ਹੋਈਆਂ ਨੇ ਇਹ ਮੰਦੇ ਨਾਲ ਜੀ। ਇੱਕ ਚੀਜ਼ ਔਰ ਬੋਲਣਾ ਜੀ, ਇਹ ਚੀਜ਼ ਦੱਸੋ ਤੁਸੀਂ ਕਿ ਜਿਹੜਾ ਸਟੀਲ ਬਾਹਰ ਐਕਸਪੋਰਟ ਕੀਤਾ ਜਾ ਰਿਹਾ, ਤੁਸੀਂ ਕਿਹਾ ਕਿ ਅਗਰ
ਇੱਥੇ ਇੰਡੀਆ 'ਚ ਦਾ ਕੰਮ ਹੋ ਕੇ ਜਿਹੜਾ ਕੱਚਾ ਮਾਲ ਨਾ ਜਾਵੇ ਬਣ ਕੇ ਜਾਵੇ ਉਹਦੇ ਬਾਰੇ ਕੀ ਕਹਿੰਦੇ ਤੁਸੀਂ? ਸਰ ਅਸੀਂ ਸੈਂਟਰ ਗਵਰਨਮੈਂਟ ਕੋਲ ਟਾਈਮ ਟੂ ਟਾਈਮ ਇਹ ਪੁਆਇੰਟ ਉਠਾਉਂਦੇ ਰਹੇ ਹਾਂ ਕਿ ਉਹੀ ਚੀਜ਼ ਬਾਹਰ ਐਕਸਪੋਰਟ ਕੀਤੀ ਜਾਵੇ ਜਿਹਦੀ ਕਿ ਸਾਡੀ ਇੰਡੀਆ ਦੇ ਵਿੱਚ ਓਵਰ ਪ੍ਰੋਡਕਸ਼ਨ ਹੈ ਜਾਂ ਸਾਡੀ ਰਿਕੁਆਇਰਮੈਂਟ ਤੋਂ ਜ਼ਿਆਦਾ ਹੈ। ਸਟੀਲ ਜਿਹੜਾ ਹੈਗਾ ਇਹ ਹਲੇ ਉਹਨਾਂ ਨਹੀਂ ਬਣ ਰਿਹਾ ਜਿੰਨਾ ਕਿ ਸਾਡੀ ਇੰਡਸਟਰੀ ਨੂੰ ਇੱਥੇ ਚਾਹੀਦਾ ਹੈਗਾ। ਇਸ ਦੇ ਬਾਵਜੂਦ ਜਿਹੜੀ ਸਾਡੀ ਸਟੀਲ ਮਿਨਿਸਟਰੀ ਕਹ ਲਓ, ਮੈਂ ਤਾਂ ਡਾਇਰੈਕਟਲੀ ਕਹਾਂਗਾ ਉਹਦੀ ਰੋਂਗ ਪਾਲਿਸੀਜ਼ ਕਹਾਂਗਾ, ਗਵਰਨਮੈਂਟ ਦੀ ਪਾਲਿਸੀਜ਼ ਕਹਾਂਗਾ ਕਿ ਇਹਨਾਂ ਨੇ ਜਿਹੜੀ ਸਟੀਲ ਦੀ ਐਕਸਪੋਰਟ ਨੂੰ ਖੁੱਲ੍ਹ ਦਿੱਤੀ ਹੋਈ ਹੈ। ਉਹਦੇ ਨਾਲ ਹੋ ਕੀ ਰਿਹਾ ਕਿ ਜਿਹੜੀ ਸਟੀਲ ਦੀ ਐਕਸਪੋਰਟ ਅਗਰ ਆਪਾਂ ਜੁਲਾਈ ਦਾ ਮਹੀਨਾ ਦੇਖੀਏ ਤੇ ਇਹਨਾਂ ਨੇ ਆਲ ਟਾਈਮ ਹਾਈ ਜਿਹੜੀ ਐਕਸਪੋਰਟ ਕੀਤੀ ਆ। ਅਗਰ ਮੈਂ ਤੁਹਾਨੂੰ ਡਾਟਾ ਸ਼ੇਅਰ ਕਰਾਂ ਤੇ ਜੁਲਾਈ ਦੇ ਵਿੱਚ ਇਹਨਾਂ ਨੇ 24 ਲੱਖ ਟਨ ਜਿਹੜਾ ਸਟੀਲ ਹੈ ਜਿਹੜੀ ਵਾਇਰ ਐਕਸਪੋਰਟ ਕੀਤੀ, 10 ਲੱਖ ਟਨ ਇਹਨਾਂ ਨੇ ਬਿਲਟ ਐਕਸਪੋਰਟ ਕੀਤੀ, HRC ਇਹਨਾਂ ਨੇ 10 ਲੱਖ ਟਨ ਐਕਸਪੋਰਟ ਕੀਤੀ। ਟੋਟਲ 35 ਤੋਂ 40% ਦੀ ਜਿਹੜੀ ਸਟੀਲ ਦੀ ਐਕਸਪੋਰਟ ਹੈ ਜਿਹੜੀ ਇਹਨਾਂ ਨੇ ਵੱਧ ਕੀਤੀ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਦੇ ਵਿੱਚ, ਪਿਛਲੇ ਸਾਲਾਂ ਦੇ ਮਹੀਨਿਆਂ ਦੇ ਮੁਕਾਬਲੇ ਵਿੱਚ, ਜਿਹੜੀ ਕਿ ਆਲ ਟਾਈਮ ਹਾਈ ਹੈ। ਇਹਦਾ ਡਾਇਰੈਕਟ ਇਫੈਕਟ ਜਿਹੜਾ ਹੈਗਾ ਸਾਡੀ ਇੰਡਸਟਰੀ ਨੂੰ ਪਿਆ ਹੋਇਆ ਕਿਉਂਕਿ ਇੱਥੇ ਇੰਡੀਆ ਦੇ ਵਿੱਚ ਸਟੀਲ ਦੇ ਪ੍ਰਾਈਸ ਜਿਹੜੇ ਕਿ 5000 ਰੁਪਏ ਟਨ ਨਾਲ ਵੱਧ ਚੁੱਕੇ ਆ ਔਰ 3000 ਰੁਪਏ ਟਨ ਦੀ ਇੱਕ ਹੋਰ ਆਵਾਜ਼ ਆ ਗਈ ਕਿ 3000 ਰੁਪਏ ਟਨ ਜਿਹੜਾ ਰੇਟ ਅਸੀਂ ਹੋਰ ਵਧਾਉਣ ਜਾ ਰਹੇ ਹਾਂ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜੋ ਥੋੜੀ ਜਿਹੀ ਇੱਕ ਬਿਜ਼ਨਸ ਦੀ ਸੰਭਾਵਨਾ ਬਣੀ ਸੀ ਕਿ ਜਿਹੜੇ ਯੂਰਪੀਅਨ ਕੰਟਰੀਜ਼ ਲੈ ਲਓ, USA ਲੈ ਲਓ, ਕਿਉਂਕਿ ਚਾਈਨਾ ਦੇ ਖਿਲਾਫ ਉਹਨਾਂ ਦੇ ਜਿਹੜੇ ਸਟੈਂਡ ਉਹਨਾਂ ਨੇ ਲਏ, ਐਂਟੀ ਡੰਪਿੰਗ ਡਿਊਟੀਜ਼ ਲਾਈਆਂ, ਉਹਨਾਂ ਨਾਲ ਸਾਡੇ ਇੰਡੀਅਨ ਮੈਨੂਫੈਕਚਰਰ ਸਾਨੂੰ ਕੰਮਕਾਰ ਦਾ ਸਕੋਪ ਮਿਲਿਆ ਸੀ, ਸਾਨੂੰ ਉਹਨਾਂ ਨੇ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸੀ, ਅਸੀਂ ਰੇਟ ਵੀ ਦੇ ਚੁੱਕੇ ਸੀਗੇ, ਆਲਮੋਸਟ ਸਾਡੇ ਫਾਈਨਲ ਹੋ ਚੁੱਕੇ ਸੀਗੇ ਔਰ ਸਾਨੂੰ ਕਾਫੀ ਅੱਛੇ ਵੱਡੇ ਆਰਡਰ ਮਿਲਣ ਦੀ ਉਮੀਦ ਸੀਗੀ। ਪਰ ਉਸ ਤੋਂ ਪਹਿਲਾਂ ਕਿ ਆਰਡਰ ਫਾਈਨਲ ਹੋ ਪਾਉਂਦੇ ਸਟੀਲ ਦੇ ਰੇਟ ਵੱਧ ਗਏ। ਹੁਣ ਅਗਰ ਅਸੀਂ ਉਹਨਾਂ ਪਾਰਟੀਆਂ ਨੂੰ ਕਹਿੰਦੇ ਵੀ ਸਾਡੇ ਸਟੀਲ ਦੇ ਰੇਟ ਵੱਧ ਗਏ ਨੇ, ਰੇਟ ਵਧਾਓ, ਤਾਂ ਉਹ ਵੀ ਅਨਐਥੀਕਲ ਗੱਲ ਹੋ ਜਾਂਦੀ ਹੈ। ਅਗਰ ਮਾਲ ਸਪਲਾਈ ਕਰਦੇ ਨੇ ਤਾਂ ਸਾਡਾ ਨੁਕਸਾਨ ਹੋ ਜਾਂਦਾ ਹੈ। ਸੋ ਗਵਰਨਮੈਂਟ ਦੀ ਇੰਨੀ ਗਲਤ ਪਾਲਿਸੀ ਹੈ ਕਿ ਜਿਹੜਾ ਕੱਚਾ ਮਾਲ ਜਿਹੜਾ ਕਿ ਇੱਥੇ ਇੰਡੀਆ ਦੇ ਵਿੱਚ ਦੇਣਾ ਚਾਹੀਦਾ, ਜਿਹਨੂੰ ਕਿ ਵੈਲਿਊ ਐਡੀਸ਼ਨ ਹੋਵੇ, ਜਿਹੜਾ ਕਿ ਤਿਆਰ ਹੋ ਕੇ ਜਾਵੇ, ਇੱਕ ਤਾਂ ਉਹ 'ਚ ਇੰਡੀਆ ਵਿੱਚ ਰੁਜ਼ਗਾਰ ਵਧੇ, ਵੈਲਿਊ ਐਡੀਸ਼ਨ ਹੋਵੇ, ਰੈਵਨਿਊ ਸਰਕਾਰ ਨੂੰ ਜ਼ਿਆਦਾ ਆਵੇ, ਇਹ ਕਰਨ ਦੀ ਬਜਾਏ ਸਰਕਾਰ ਨੇ ਸਿੱਧਾ ਸਟੀਲ ਹੀ ਐਕਸਪੋਰਟ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨਾਲ ਹੋਇਆ ਕੀ ਹੈ ਕਿ ਕੱਚਾ ਮਾਲ ਬਾਹਰ ਜਾ ਰਿਹਾ ਹੈ ਤੇ ਸਾਨੂੰ ਇੱਥੇ ਕੱਚਾ ਮਾਲ ਨਹੀਂ ਮਿਲ ਰਿਹਾ ਤੇ ਇੰਡਸਟਰੀ ਇਹਦੇ ਨਾਲ ਅਫੈਕਟਡ ਹੋ ਰਹੀ ਹੈ। ਮੰਦੀ ਦਾ ਕਾਰਨ ਕੀ ਹੈ? ਮੰਦੀ ਦਾ ਕਾਰਨ ਸਰ ਇਹ 'ਚ ਹੈ ਕਿ ਦੇਖੋ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਜ਼ ਬਣਾ ਤੇ ਦਿੱਤੀਆਂ ਪਰ ਉਹਨਾਂ ਨੂੰ ਮੋਨੀਟਰ ਨਾ ਕਰਨਾ। केंद्र सरकार बार बार दावे करती आ रही कि हमने ये पॉलिसी निकाल दी, हमने पब्लिक प्रोक्योरमेंट पॉलिसी हम ले आए हैं 2012 में। उसके बाद ਉਹ 'ਚ ਇਹਨਾਂ ਨੇ ਕਿਹਾ ਸੀ ਕਿ ਜਿਹੜਾ 20% ਮਟੀਰੀਅਲ ਇਹਨਾਂ ਨੇ MSCs मतलब ਮਾਈਕਰੋ ਸਮਾਲ ਤੋਂ ਲੈਣਾ ਹੈ। ਅੱਜ ਤੱਕ ਵੀ ਜਿਹੜਾ ਹੈਗਾ ਕਿ ਦੇਖੋ 6-8 ਸਾਲ ਹੋ ਗਏ ਨੇ ਪਾਲਿਸੀ ਆਈ ਨੂੰ, ਹਲੇ ਤੱਕ ਇਹਨਾਂ ਨੇ 20% ਦਾ ਟਾਰਗੇਟ ਕਿਸੇ ਵੀ ਗਵਰਨਮੈਂਟ ਡਿਪਾਰਟਮੈਂਟ ਨੇ ਪੂਰਾ ਨਹੀਂ ਕੀਤਾ ਤੇ ਕਿਸੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ ਵੀ ਤੁਸੀਂ ਇਹਨੂੰ ਕਿਉਂ ਨਹੀਂ ਪੂਰਾ ਕੀਤਾ। ਹਾਲਾਂਕਿ ਜਿਹੜਾ 20% ਹੈ ਇਹਨੂੰ ਵਧਾ ਕੇ ਹੁਣ 25% ਕਰ ਦਿੱਤਾ ਗਿਆ। ਦੂਸਰੀ ਗੱਲ ਹੈ ਕਿ ਜਿਹੜੀ ਸੈਂਟਰ ਗਵਰਨਮੈਂਟ ਨੇ ਇੱਕ ਨਿਤਨ ਗਡਕਰੀ ਜੀ ਨੇ ਇੱਕ ਸਾਡਾ ਵਾਅਦਾ ਕੀਤਾ ਸੀਗਾ ਕਿ ਮੈਂਡ ਆਟੋ ਸੈਕਟਰ ਨੂੰ ਰਿਵਾਈਵ ਕਰਨ ਦੇ ਖਾਤਰ ਅਸੀਂ ਇੱਕ ਸਕ੍ਰੈਪਿੰਗ ਪਾਲਿਸੀ ਲੈ ਕੇ ਆ ਰਹੇ ਹਾਂ। ਸਕ੍ਰੈਪਿੰਗ ਪਾਲਿਸੀ ਕੀ ਸੀ? ਜਿੱਦਾਂ ਬਾਹਰਲੇ ਦੇਸ਼ਾਂ ਵਿੱਚ ਹੁੰਦਾ ਕਿ ਇੱਕ ਤਾਂ ਗੱਡੀਆਂ ਜਿਹੜੀਆਂ ਪੁਰਾਣੀਆਂ ਹੋ ਜਾਂਦੀਆਂ ਪੋਲਿਊਸ਼ਨ ਜ਼ਿਆਦਾ ਕਰਦੀਆਂ ਨੇ। ਆਪਾਂ ਦੇਖਦੇ ਏਅਰ ਕੁਆਲਿਟੀ ਇੰਡੈਕਸ ਆਪਣੇ ਦਿੱਲੀ ਜਾਂ ਇੰਡੀਆ ਵਿੱਚ ਕਿੰਨਾ ਘਟੀਆ ਹੋ ਜਾਂਦਾ, ਖਾਸ ਕਰ ਸਰਦੀਆਂ ਦੇ ਦਿਨਾਂ ਵਿੱਚ ਕਿਉਂਕਿ ਮੌਸਮ ਭਾਰੀ ਹੋ ਜਾਂਦਾ। ਸੋ ਸਰਕਾਰ ਇਹ ਸਕੀਮ ਲੈ ਕੇ ਆਈ ਸੀ ਕਿ 15 ਸਾਲ ਪੁਰਾਣੀਆਂ ਜਿੰਨੇ ਵੀ ਵਹੀਕਲਸ ਨੇ ਉਹਨਾਂ ਨੂੰ ਸਕ੍ਰੈਪ ਕੀਤਾ ਜਾਊਗਾ। ਸਕ੍ਰੈਪ ਕਰਕੇ ਜਿਹੜੀ ਪੁਰਾਣੀ ਗੱਡੀ ਹੈ ਕਿ ਤੁਹਾਨੂੰ ਉਹਦੇ ਵਿੱਚ ਕੋਈ ਮੁਆਵਜ਼ਾ ਦਿੱਤਾ ਜਾਊਗਾ। ਸੈਕੰਡਲੀ ਉਹਨਾਂ ਨੂੰ ਜਿਹੜਾ GST ਦੇ ਉੱਪਰ ਰਿਬੇਟ ਦਿੱਤਾ ਜਾਊਗਾ। ਉਹਦੇ ਨਾਲ ਹੋਣਾ ਕੀ ਸੀ? ਇੱਕ ਤਾਂ ਗੱਡੀਆਂ ਨਵੀਆਂ ਆਉਣੀਆਂ ਸੀਗੀਆਂ, ਪੋਲੂਸ਼ਨ ਰੁਕ ਜਾਣੀ ਸੀਗੀ ਔਰ ਕੰਮਕਾਰ ਦੇ ਵਿੱਚ ਬਹੁਤ ਜ਼ਿਆਦਾ ਬੂਮ ਆ ਜਾਣਾ ਸੀਗਾ। ਇਹ ਪਾਲਿਸੀ ਜਿਹੜੀ ਹੈ 5-6 ਸਾਲ ਤੋਂ ਡਿਸਕਸ ਹੋ ਰਹੀ ਹੈ। 2 ਸਾਲ ਤੋਂ ਇਹਨੂੰ ਨੀਤੀ ਆਯੋਗ ਨੇ ਫਾਈਨਲ ਕਰ ਦਿੱਤਾ, ਪਰ ਇਸ ਦੇ ਬਾਵਜੂਦ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਜਿਹੜੀ ਪਾਲਿਸੀ ਹਲੇ ਤੱਕ ਇੰਪਲੀਮੈਂਟ ਨਹੀਂ ਕੀਤੀ ਗਈ। ਜਦਕਿ ਜਿਹੜੀ ਸਾਡੀ ਕੇਂਦਰ ਸਰਕਾਰ ਆ ਬਾਰ-ਬਾਰ ਬੜੇ ਵਾਅਦੇ ਕਰਦੀ ਆ, ਬੜੇ ਕੁਝ ਆਪਣੇ ਜਿੱਦਾਂ ਹੁਣ 20,000 ਕਰੋੜ ਦਾ ਪੈਕੇਜ ਵੀ ਕਿਹਾ ਗਿਆ। ਉਸ ਪੈਕੇਜ ਦਾ ਕੀ ਫਾਇਦਾ ਜਦੋਂ ਸਾਡੇ ਕੋਲ ਕੰਮ ਹੀ ਹੈ ਨਹੀਂ? ਅਸੀਂ ਲੋਨ ਲੈ ਕੇ ਕੀ ਕਰਾਂਗੇ? ਜਾਂ ਘੱਟ ਰੇਟ ਤੇ ਵੀ ਲੋਨ ਦੇ ਦੇਣਗੇ, ਸੋ ਉਹਦਾ ਸਾਨੂੰ ਕੀ ਫਾਇਦਾ ਜਦ ਸਾਡੇ ਕੋਲ ਰੁਜ਼ਗਾਰ ਹੀ ਨਹੀਂ ਹੈਗਾ। ਸੋ ਬਿਹਤਰੀ ਇਹ ਸੀ ਕਿ ਸਰਕਾਰ ਜਿਹੜੀਆਂ ਪਾਲਿਸੀਜ਼ ਲੈ ਕੇ ਆਈ ਆ ਉਹਨਾਂ ਨੂੰ ਮੋਨੀਟਰ ਕਰਦੀ, ਉਹਨਾਂ ਨੂੰ ਇੰਪਲੀਮੈਂਟ ਕਰਦੀ ਔਰ ਜਿਹੜੇ ਲੋਕਾਂ ਨੇ ਇਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ, ਸਰਕਾਰੀ ਡਿਪਾਰਟਮੈਂਟ ਨੇ, ਚਾਹੇ ਸਰਕਾਰੀ ਅਫਸਰ ਨੇ, ਚਾਹੇ ਸੈਕਟਰੀ ਲੈਵਲ ਦੇ ਬੰਦੇ ਨੇ, ਈਵਨ ਮੈਂ ਤਾਂ ਕਹਿੰਦਾ ਜਿਹੜੇ ਮਿਨਿਸਟਰ ਵੀ ਨੇ ਉਹਨਾਂ ਨੂੰ ਕਿਉਂ ਨਹੀਂ ਕੱਢਿਆ ਜਾਂਦਾ? ਉਹਨਾਂ ਦੇ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ? ਉਹਨਾਂ ਨੂੰ ਸ਼ੋਕਾਸ ਕਿਉਂ ਨਹੀਂ ਕੀਤਾ ਜਾਂਦਾ ਵੀ ਤੁਸੀਂ ਇਹ ਕੀ ਕਰ ਰਹੇ ਹੋ? ਬਜਾਏ ਇਹਦੇ ਸਰਕਾਰ ਜਿਹੜਾ ਗਲਤ ਮਲਤ ਫੈਬਰੀਕੇਟਡ ਫਿਗਰਸ ਦੇ ਕੇ ਇੱਕ ਗਲਤ ਭੁਲੇਖਾ ਇਹਨਾਂ ਨੇ ਖੜਾ ਕੀਤਾ ਹੋਇਆ। ਦੇਖੋ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਾਡਾ ਇੰਡੀਆ ਇੰਨੀ ਵੱਡੀ ਇਕਨੋਮੀ, ਸਾਡੀ GDP ਬਿਲਕੁਲ
ਮਾਈਨਸ ਚਲੇਗੀ ਔਰ ਬੰਗਲਾਦੇਸ਼ ਵਰਗਾ ਦੇਸ਼ ਜਿਹਨੂੰ ਅਸੀਂ ਖੜਾ ਕੀਤਾ ਸੀਗਾ ਅੱਜ ਉਹਦੀ GDP ਸਾਨੂੰ ਕਿੰਨੀ ਉੱਪਰ ਹੈ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਫਾਸਟਨਰ ਇੰਡਸਟਰੀ ਦਾ ਹਾਲ ਜਾਣਾਂਗੇ। ਦੇਸ਼ ਦੀ ਹਰ ਇੰਡਸਟਰੀ ਆਰਥਿਕ ਮੋੜ ਤੇ ਅਹਿਮ ਹੈ। ਉਦਯੋਗਪਤੀਆਂ ਨੇ ਸਰਕਾਰ ਤੇ ਸਾਰ ਨਾ ਲੈਣ ਦੇ ਇਲਜ਼ਾਮ ਲਾਏ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪਾਲਿਸੀਆਂ ਬਣਾ ਕੇ ਸਹੀ ਤਰੀਕੇ ਨਾਲ ਲਾਗੂ ਕਰਨ ਦੀ ਬਜਾਏ ਉਹਨਾਂ ਨੂੰ ਵਿਸਾਰ ਦਿੰਦੀ ਹੈ। ਅਗਰ ਗਵਰਨਮੈਂਟ ਥੋੜਾ ਜਿਹਾ IT ਸੈਕਟਰ ਨੂੰ ਲੈ ਕੇ ਆਪਣੀ ਪਿੱਠ ਤੱਕ ਤੁਤਾਲ ਲਓ ਜੀ ਸਾਡਾ IT ਸੈਕਟਰ ਵਧੀਆ ਕਰ ਰਿਹਾ ਹੈ ਤੇ ਉਹ ਕੀ ਇੱਕ ਉਪਲਬਧੀ ਨਹੀਂ ਹੈ, ਉਹ ਇੱਕ ਆਟੋਮੈਟਿਕ ਬਾਈ ਡਿਫਾਲਟ ਸਾਨੂੰ ਕੰਮ ਮਿਲ ਰਿਹਾ। ਅਦਰਵਾਈਜ਼ ਜਿਹੜੀ ਸਾਡੀ ਮੈਨੂਫੈਕਚਰਿੰਗ ਹੱਬ ਹੈ, ਜਿਹੜੀ ਕਿ ਮੇਨ ਜਿਹੜੀ ਕਿ ਬੈਕਬੋਨ ਹੁੰਦੀ ਆ ਦੇਸ਼ ਦੀ, ਉਹ ਥੱਲੇ ਜਾ ਰਹੀ ਹੈ। ਔਰ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਹੈ, ਜਿਹੜਾ ਕਿ ਮੈਂ ਤੁਹਾਡੇ ਨਾਲ ਡਾਟੇ ਵੀ ਸ਼ੇਅਰ ਕੀਤੇ ਹੈ, ਪਿਛਲੇ ਸਾਲ ਜਦੋਂ ਸਾਡੀਆਂ ਫੈਕਟਰੀਆਂ ਪ੍ਰੋਪਰ ਚੱਲਦੀਆਂ ਸੀਗੀਆਂ, ਸਾਡੇ ਕੋਲ ਕੰਮ ਸੀਗੇ, ਤਾਂ ਸਾਨੂੰ ਜਿਹੜਾ ਬਿਜਲੀ ਦਾ ਯੂਨਿਟ ਹੈ ਉਹ ਸਾਨੂੰ 5.5 ਰੁਪਏ ਕਾਸਟ ਕਰਦਾ ਸੀਗਾ, ਵੱਧ ਤੋਂ ਵੱਧ 5.5 ਰੁਪਏ। ਜਿਹੜੇ ਅੱਜ ਇਸ ਵੇਲੇ ਕਿਉਂਕਿ ਸਾਡੇ ਕੋਲ ਕਨੈਕਸ਼ਨ ਵੱਡੇ ਨੇ, ਸਾਡੇ ਕੋਲ ਪ੍ਰੋਡਕਸ਼ਨ ਹੈ ਨਹੀਂ ਆ, ਸਾਨੂੰ 16 ਰੁਪਏ ਦੇ ਕਰੀਬ ਇੱਕ ਬਿਜਲੀ ਦਾ ਯੂਨਿਟ ਕਾਸਟ ਕਰ ਰਿਹਾ। ਤੁਸੀਂ ਆਪ ਹੀ ਦੇਖੋ ਕਿ ਅਸੀਂ ਕਿੰਨੇ ਵੱਡੇ ਲਾਸ ਜਾ ਰਹੇ ਹਾਂ। ਔਰ ਅਗਰ ਹਾਲਾਤ ਇਦਾਂ ਦੇ ਰਹੇ, ਸਰਕਾਰਾਂ ਨਾ ਸੰਭਲੀਆਂ, ਦੇਖੋ ਸਟੇਟ ਗਵਰਨਮੈਂਟ ਦਾ ਵੀ ਇਹ 'ਚ ਬਹੁਤ ਵੱਡਾ ਹੱਥ ਹੈ, ਕਿਉਂਕਿ ਸਟੇਟ ਗਵਰਨਮੈਂਟ ਵੀ ਬਿਲਕੁਲ ਲਾਪਰਵਾਹ ਹੋ ਕੇ ਬੈਠੀ ਹੋਈ ਹੈ। ਇਹਨਾਂ ਨੇ ਵੀ ਪ੍ਰੋਕਿਊਰਮੈਂਟ ਪਾਲਿਸੀ ਲਿਆਂਦੀ ਸੀਗੀ, ਆਪਣੀ ਪਿੱਠ ਤੇ ਤੁਤਾਈ, ਪਰ ਇਹਨਾਂ ਨੇ ਕੋਈ ਵੀ ਉਹਦੇ ਉੱਪਰ ਉਹਨੂੰ ਮੋਨੀਟਰ ਨਹੀਂ ਕੀਤਾ ਕਿ ਜਿਹੜੇ ਪੰਜਾਬ ਦੇ ਵਿੱਚ ਚਾਹੇ ਬਿਜਲੀ ਬੋਰਡ ਹੈ, ਚਾਹੇ ਹੋਰ ਜਿਹੜੇ ਅਦਾਰੇ ਨੇ ਵੀ ਇੱਥੋਂ ਦੇ ਯੂਨਿਟ ਤੋਂ ਮਾਲ ਲੈ ਰਹੇ ਨੇ ਕਿ ਨਹੀਂ ਲੈ ਰਹੇ, ਇਸ ਚੀਜ਼ ਨੂੰ ਕਿਸੇ ਨੇ ਮੋਨੀਟਰ ਨਹੀਂ ਕੀਤਾ। ਔਰ ਅਗਰ ਹਾਲਾਤ ਇਹੀ ਰਹੇ, ਇਦਾਂ ਦੀ ਪੀਸ਼ਨਰੀ ਜੋ ਕਿ ਤੁਸੀਂ ਆਪਣੇ ਨੂੰ ਆਪਣੀ ਅੱਖਾਂ ਨਾਲ ਦੇਖਿਆ, ਡਾਟੇ ਸ਼ੇਅਰ ਕੀਤੇ ਨੇ, ਤਾਂ ਵੱਡੀ ਗੱਲ ਨਹੀਂ ਕਿ 2 ਜਾਂ 3 ਮਹੀਨੇ ਦੇ ਵੱਧ ਫੈਕਟਰੀਆਂ ਹੋਰ ਚੱਲ ਪਾਣਗੀਆਂ। ਉਸ ਤੋਂ ਬਾਅਦ ਮੇਰੇ ਹਿਸਾਬ ਨਾਲ ਫੈਕਟਰੀਆਂ ਬੰਦ ਹੋ ਜਾਣਗੀਆਂ। ਸੋ ਇਟਸ ਇਹ ਕਹਿੰਦੇ ਨਾ ਇੱਕ ਬਹੁਤ ਹੀ ਵੱਡੀ ਵਾਰਨਿੰਗ ਹੈ ਸਟੇਟ ਐਜ਼ ਵੈਲ ਐਜ਼ ਸੈਂਟਰ ਵਾਸਤੇ ਕਿ ਦੋਨੋਂ ਸਰਕਾਰਾਂ ਜਾਗਣ, ਜਿਹੜੀਆਂ ਪਾਲਿਸੀਜ਼ ਇਹਨਾਂ ਨੇ ਲੈ ਕੇ ਆਉਂਦੀਆਂ ਨੇ ਕਿਤਾਬਾਂ ਵਿੱਚ, ਉਹਨਾਂ ਨੂੰ ਪ੍ਰੈਕਟੀਕਲ ਤੌਰ ਤੇ ਇੰਪਲੀਮੈਂਟ ਕਰਨ, ਤਾਂ ਜਿਹੜਾ ਹੈਗਾ ਰੁਜ਼ਗਾਰ ਚੱਲੇ, ਫੈਕਟਰੀਆਂ ਚੱਲਣ, ਕੰਮਕਾਰ ਚੱਲਣ, ਪ੍ਰੋਡਕਸ਼ਨ ਵਧਣ, ਗਵਰਨਮੈਂਟ ਨੂੰ ਰੈਵਨਿਊ ਵੀ ਮਿਲੇ ਔਰ ਇੰਡਸਟਰੀ ਵੀ ਸਰਵਾਈਵ ਕਰੇ। ਤੁਸੀਂ ਕਈ ਵਾਰ ਲੈਟਰ ਵੀ ਦੇ ਚੁੱਕੇ, ਉਹਦਾ ਕੋਈ ਜਵਾਬ ਆਇਆ ਤੁਹਾਨੂੰ ਫਾਸਟ ਟਰਨ ਵਾਸਤੇ? ਸਰ ਬੜੇ ਦੁੱਖ ਦੀ ਗੱਲ ਆ ਕਿ ਮੈਂ ਤਕਰੀਬਨ ਮਹੀਨੇ ਵਿੱਚ 2-3 ਵਾਰੀ PMO ਦੇ ਵਿੱਚ, MSME ਦੇ ਵਿੱਚ, CM ਸਾਹਿਬ ਨੂੰ CMO ਆਫਿਸ ਦੇ ਵਿੱਚ, ਹੋਰ ਸਾਰੇ ਈਵਨ ਸੈਕਟਰੀ ਲੈਵਲ ਦੇ ਅਫਸਰਾਂ ਤੱਕ ਮੈਂ ਆਪਣੀਆਂ ਮੇਲਾਂ ਭੇਜਦਾ, ਮੈਂ ਉਹਨੂੰ ਸਪੀਡ ਪੋਸਟ ਤੇ ਲੈਟਰਾਂ ਭੇਜਦਾ, ਪ੍ਰੈਜੈਂਟੇਸ਼ਨ ਭੇਜਦਾ। ਹਲੇ ਤੱਕ ਕਿਸੇ ਦਾ ਕੋਈ ਜਵਾਬ ਨਹੀਂ ਆਇਆ। ਜੇ ਕੋਈ ਜਵਾਬ ਆਉਂਦਾ ਤੇ 1 ਲਾਈਨ ਆਉਂਦਾ ਕਿ ਯੂਰ ਈਮੇਲ ਹੈਜ਼ ਬੀਨ ਰਿਸੀਵਡ ਐਂਡ ਵਿਲ ਬੀ ਕੀ ਕਹਿੰਦੇ ਨੇ ਡਿਸਚਾਰਜ ਐਜ਼ ਪਰ ਦਾ ਰੂਲਸ। ਮਤਲਬ ਉਹ ਰੂਲਸ ਕਿਹੜੇ ਨੇ ਜਾਂ ਉਹਨਾਂ ਦੇ ਕੀ ਕੰਮ ਹੋਣਾ ਹੈ, ਇਹਨਾਂ ਨੇ ਇੰਨੀ ਵੀ ਕਦੇ ਫਿਕਰ ਨਹੀਂ ਕੀਤੀ ਕਿ ਜਵਾਬ ਦੇ ਕੇ ਸਾਨੂੰ ਪੁੱਛ ਲੈਣ ਵੀ ਤਾਂ ਆਪਾਂ ਡਿਸਕਸ ਕਰੀਏ ਵੀ ਕਿੱਦਾਂ ਆਪਾਂ ਇਸ ਮੁਸੀਬਤ ਤੋਂ ਮਿਲ ਕੇ ਬਾਹਰ ਨਿਕਲਣਾ ਹੈ। ਸੋ ਇਸ ਤੋਂ ਕਲੀਅਰ ਹੋ ਰਿਹਾ ਵੀ ਇਹਨਾਂ ਦੀ ਇੰਟੈਂਸ਼ਨ ਹੀ ਨਹੀਂ ਹੈਗੀ ਕਿ ਕੋਈ ਕੰਮ ਕਰਨਾ ਚਾਹੁੰਦੇ ਨੇ। ਭਾਰਤ ਸਰਕਾਰ ਵੱਲੋਂ ਜਿਹੜਾ 20,000 ਕਰੋੜ ਦਿੱਤਾ ਗਿਆ ਇੰਡਸਟਰੀ ਨੂੰ, ਫਿਰ ਸਰਵਾਈਵ ਕਰਨ 'ਚ ਦਿੱਕਤ ਕੀ ਆ ਰਹੀ ਹੈ? ਸਰ ਜਿਹੜਾ 20,000 ਕਰੋੜ ਦਾ ਪੈਕੇਜ ਦਿੱਤਾ ਗਿਆ ਹੈ, ਉਹ ਇਹਨਾਂ ਨੂੰ ਕੋਈ ਡਾਇਰੈਕਟ ਤੁਹਾਨੂੰ ਹੈਲਪ ਨਹੀਂ ਕੀਤੀ, ਨਾ ਤੁਹਾਡੇ ਇਹਨਾਂ ਨੇ ਇੰਟਰਸਟ ਮਾਫ ਕੀਤੇ, ਨਾ ਇਹਨਾਂ ਨੇ ਤੁਹਾਨੂੰ ਕੋਈ ਕੰਮ ਦਿੱਤੇ। ਹੁਣ ਜਿਹੜੀ ਇੰਡਸਟਰੀ ਆਲਰੇਡੀ ਡੈਪਟ ਵਿੱਚ ਹੈ, ਜਿਨ੍ਹਾਂ ਨੇ ਪਹਿਲਾਂ ਹੀ ਲੋਨ ਚੱਕੇ ਹੋਏ ਨੇ, ਕੰਮ ਉਹਨਾਂ ਕੋਲ ਹੈ ਨਹੀਂਗਾ, ਉਹ ਹੋਰ ਲੋਨ ਲੈ ਕੇ ਕੀ ਕਰਨਗੇ? ਜੇ ਉਹ ਲੋਨ ਲੈ ਵੀ ਲੈਂਦੇ ਨੇ ਤਾਂ ਉਹਨੂੰ ਮਿਸਯੂਜ਼ ਕਰਨਗੇ, ਉਹ ਹੋਰ ਥੱਲੇ ਦਬ ਜਾਣਗੇ, ਉਹ ਹੋਰ ਉਹਨਾਂ ਦੀ ਪੋਜੀਸ਼ਨ ਖਰਾਬ ਹੋ ਜਾਏਗੀ। ਸੋ ਸਾਡੇ ਕਹਿਣ ਦਾ ਇਹੀ ਰਿਕੁਐਸਟ ਹੈ ਤੁਹਾਡੇ ਮਾਰਫਤ, ਕਿਉਂਕਿ ਮੀਡੀਆ ਹੀ ਸਾਡੀ ਸਭ ਤੋਂ ਵੱਡੀ ਆਵਾਜ਼ ਹੁੰਦਾ, ਮੀਡੀਆ ਦੇ ਥਰੂ ਅਸੀਂ ਗੱਲ ਕਹਿ ਸਕਦੇ ਹਾਂ, ਇਹਨਾਂ ਦੇ ਕੰਨਾਂ ਤੱਕ ਪਹੁੰਚਾ ਸਕਦੇ ਹਾਂ ਕਿ ਪਾਲਿਸੀਜ਼ ਲਿਆਓ, ਜਿਹੜੀਆਂ ਪਾਲਿਸੀ ਤੁਸੀਂ ਪ੍ਰੋਕਿਊਰਮੈਂਟ ਪਾਲਿਸੀ ਜਿਹੜੀਆਂ ਲਿਆਂਦੀਆਂ ਹੋਈਆਂ ਨੇ ਉਹਨਾਂ ਨੂੰ ਬਰਾਏ ਮਿਹਰਬਾਨੀ ਇੰਪਲੀਮੈਂਟ ਕਰੋ ਤਾਂ ਕਿ ਖਰੀਦੋ ਫਰੋਖਤ ਸ਼ੁਰੂ ਹੋਵੇ। ਔਰ ਦੂਸਰਾ ਜਿਹੜਾ ਹੈਗਾ ਸਕ੍ਰੈਪਿੰਗ ਪਾਲਿਸੀ ਲੈ ਕੇ ਆਓ। ਚਾਈਨਾ ਤੋਂ ਜਿਹੜਾ 2 ਨੰਬਰ ਦੇ ਵਿੱਚ ਮਾਲ ਇੰਪੋਰਟ ਹੋ ਕੇ ਆ ਰਿਹਾ ਹੈ, ਉਹਦੀ ਇੰਪੋਰਟ ਪਲੀਜ਼ ਬੰਦ ਕੀਤੀ ਜਾਵੇ। ਬੰਬੇ ਜਿਹੜੇ ਪੋਰਟਸ ਦੇ ਲਾਗੇ ਜਿਹੜੇ ਟ੍ਰੇਡਰ ਬੈਠੇ ਹੋਏ ਨੇ, ਉਹ ਬਾਈ ਆਲ ਮੀਨਸ ਚਾਈਨਾ ਤੋਂ, ਸ਼੍ਰੀਲੰਕਾ ਤੋਂ ਜਾਂ ਬੰਗਲਾਦੇਸ਼ ਤੋਂ, ਕਿਸੇ ਵੀ ਦੇਸ਼ ਤੋਂ 2 ਨੰਬਰ ਦੇ ਵਿੱਚ ਮਾਲ ਇੱਥੇ ਇੰਪੋਰਟ ਕਰਕੇ ਸਾਡੇ ਨਾਲ ਘੱਟ ਰੇਟਾਂ ਦੇ ਮਾਲ ਦੇ ਕੇ ਤੇ ਸਾਡੇ ਫੈਕਟਰੀ ਤੇ ਬੰਦ ਕਰਵਾ ਰਹੇ ਨੇ। ਅਗਰ ਮੈਨੂੰ ਸਹੀ ਲਫ਼ਜ਼ਾਂ 'ਚ ਕਹਾਂ ਤੇ ਦਿਸ ਇਜ਼ ਇੰਡੀਆ ਵਰਸਸ ਚਾਈਨਾ ਇਨ ਇੰਡੀਆ ਐਂਡ ਚਾਈਨਾ ਇਜ਼ ਗੈਟਿੰਗ ਐਜ ਓਵਰ ਅਸ, ਕਿਉਂਕਿ ਚਾਈਨਾ ਦਾ ਮਾਲ ਜਿਹੜਾ ਘਟੀਆ ਕੁਆਲਿਟੀ ਦਾ ਮਾਲ ਹੈ ਉਹ ਸਸਤਾ ਹੁੰਦਾ। ਸਾਡੇ ਮਾਲ ਕਿਉਂਕਿ ਜੋ ਬਾਜ਼ਾਰ ਦੇ ਹਿਸਾਬ ਨਾਲ, ਜੋ ਰੇਟ ਦੇ ਹਿਸਾਬ ਨਾਲ ਮਾਲ ਤਿਆਰ ਕਰਦੇ ਆ, ਤੇ ਉਹ ਜਿਹੜਾ ਸਾਨੂੰ ਟੈਂਡਰ ਨਹੀਂ ਮਿਲ ਪਾਉਂਦੇ, ਉਹ ਸਰਕਾਰਾਂ ਸੁੱਤੀਆਂ ਪਈਆਂ ਨੇ। ਉਹ ਇਹ ਨਹੀਂ ਦੇਖ ਰਹੀਆਂ ਕਿ ਜਿਹੜਾ ਟੈਂਡਰ ਕੋਈ ਬੰਦਾ ਘੱਟ ਰੇਟ ਤੇ ਲੈ ਕੇ ਜਾ ਰਿਹਾ ਹੈ ਕਿ ਉਹ ਮਾਲ ਸਹੀ ਦੇਗਾ। ਕੱਲ ਨੂੰ ਇੰਨੇ ਵੱਡੇ ਹਾਦਸੇ ਹੁੰਦੇ ਨੇ, ਪੁਲ ਟੁੱਟ ਜਾਂਦੇ ਨੇ, ਟ੍ਰੇਨਾਂ ਡੀਰੇਲ ਹੋ ਜਾਂਦੀਆਂ ਨੇ, ਵੱਡੇ ਪੁਲ ਟੁੱਟ ਕੇ ਵੱਡੇ ਇੰਨੇ ਵੱਡੇ ਦੁਖਾਂਤ ਹੁੰਦੇ ਨੇ। ਉਹ ਕਿਉਂ ਹੁੰਦੇ ਨੇ? ਇਸ ਲਈ ਹੁੰਦੇ ਨੇ ਕਿ ਉੱਥੇ ਜਿਹੜਾ ਹੈਗਾ ਘਟੀਆ ਕੁਆਲਿਟੀ ਦਾ ਮਾਲ ਵਰਤਿਆ ਜਾਂਦਾ। ਸੋ ਸਾਡੀ ਇਹ ਰਿਕੁਐਸਟ ਹੈ, ਇੱਕ ਤਾਂ ਵਧੀਆ ਮਾਲ ਵਰਤੋ। ਚਾਈਨਾ ਤੋਂ ਮਾਲ ਦੀ ਐਂਟੀ ਡੰਪਿੰਗ ਡਿਊਟੀ ਵਾਸਤੇ ਰਿਕੁਐਸਟਾਂ ਕਰ ਚੁੱਕੇ ਹਾਂ। ਉਹ ਹਰ ਇੱਕ
ਦੇਸ਼ ਤੋਂ ਚਾਹੇ ਚਾਈਨਾ ਤੋਂ ਹੋਵੇ ਚਾਹੇ ਬੰਗਲਾਦੇਸ਼ ਤੋਂ ਸ਼੍ਰੀਲੰਕਾ ਤੋਂ ਕਿਤੋਂ ਵੀ ਮਾਲ ਆਵੇ ਉਹ ਤੇ ਐਂਟੀ ਡੰਪਿੰਗ ਡਿਊਟੀ ਲੱਗਣੀ ਚਾਹੀਦੀ ਤਿਆਰ ਮਾਲ ਤੇ, ਤਾਂ ਕਿ ਜਿਹੜੀ ਲੋਕਲ ਇੰਡਸਟਰੀ ਇੰਡੀਆ ਦੀ ਇੰਡਸਟਰੀ ਸਰਵਾਈਵ ਕਰ ਸਕੇ। ਇਹ ਕਰਨ ਨਾਲ ਹੀ ਵੋਕਲ ਫਾਰ ਲੋਕਲ ਹੋਣਾ, ਵਰਨਾ ਗਲਗਲਾਂ ਕਹਿਣਾ ਵੋਕਲ ਫਾਰ ਲੋਕਲ ਨਹੀਂ ਹੋਣਾ। ਵੋਕਲ ਫਾਰ ਲੋਕਲ ਉਦੋਂ ਹੋਗਾ ਜਦੋਂ ਅਸੀਂ ਲੋਕਲ ਇੰਡਸਟਰੀ ਨੂੰ ਤਰਜੀਹਤ ਵੀ ਦੇਵਾਂਗੇ, ਉਹਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਾਂਗੇ। 60% ਦੇ ਮੁਤਾਬਿਕ 60% ਜਿਹੜਾ ਕੰਮ ਡਾਊਨ ਹੋ ਗਿਆ, ਫੈਕਟਰੀ ਡਾਊਨ ਹੋ ਗਈਆਂ ਨੇ, ਉਹਨੂੰ ਬਚਾਉਣ ਵਾਸਤੇ ਤੁਹਾਡੇ ਵੱਲੋਂ ਸੁਝਾਅ ਕੀ ਨੇ? ਸਾਡੇ ਕੋਲ ਇਹੀ ਸੁਝਾਅ ਨੇ ਸਰਕਾਰ ਨੂੰ ਜੀ, ਇੱਕ ਤਾਂ ਸਟੀਲ ਦੀ ਜਿਹੜੀ ਐਕਸਪੋਰਟ ਬੰਦ ਕੀਤੀ ਜਾਵੇ, ਸਟੀਲ ਰੈਗੂਲੇਟਰ ਲਗਾਇਆ ਜਾਵੇ, ਕਿਉਂਕਿ ਸਟੀਲ ਕੰਪਨੀਆਂ ਆਪ ਕਾਰਟਲ ਬਣਾ ਕੇ ਰੇਟ ਵਧਾ ਕੇ ਅਸੀਂ ਉਧਰੋਂ ਟੈਂਡਰ ਪਕੜਦੇ ਹਾਂ, ਜਦੋਂ 5 ਰੁਪਏ ਕਿਲੋ ਰੇਟ ਵੱਧ ਜਾਂਦਾ। ਇਹ ਰੇਟ ਵਧਣੇ ਬੰਦ ਹੋ, ਜਿੱਦਾਂ TRI ਬਣੀ ਹੋਈ ਹੈ ਇਸੇ ਤਰ੍ਹਾਂ ਸਟੀਲ ਰੈਗੂਲੇਟਰ ਬਣੇ, ਇਹਨਾਂ ਦੀ ਕੋਈ ਜਵਾਬਦੇਹੀ ਹੋਵੇ। ਜੇ ਰੇਟ ਵਧਾਉਣਾ ਵੀ ਹੈ ਤਾਂ ਕੋਈ ਜਸਟੀਫਿਕੇਸ਼ਨ ਹੋਵੇ ਰੇਟ ਵਧਾਉਣ ਦੀ। ਦੂਸਰਾ, ਜਿਹੜੀ ਸਾਡੀ ਗਵਰਨਮੈਂਟ ਏਜੰਸੀ ਜਿਹੜੀ ਪ੍ਰੋਕਿਊਰਮੈਂਟ ਕਰਦੀਆਂ ਨੇ, ਉੱਥੇ ਇੱਕ ਮਿਨੀਮਮ ਕਾਸਟ ਜਿਹੜੀ ਆ ਉਹ ਫਿਕਸ ਹੋਣੀ ਚਾਹੀਦੀ ਹੈ। ਵੀ ਦੇਖੋ ਇੱਕ ਚੀਜ਼ ਦੀ ਰॉ ਮਟੀਰੀਅਲ ਲੈਣੇ ਦਾ ਹੈਗਾ, ਐਨੀ ਉਹਦੇ ਕਨਵਰਸ਼ਨ ਹੈ ਵੀ ਘੱਟੋ ਘੱਟ ਰੇਟ ਆ ਹੈਗਾ। ਜੇ ਕੋਈ ਬੰਦਾ ਉਸ ਤੋਂ ਘੱਟ ਰੇਟ ਦੇ ਕੇ ਆਰਡਰ ਚੱਕਦਾ ਹੈ, ਉਹ ਆਰਡਰ ਨਹੀਂ ਦੇਣਾ ਚਾਹੀਦਾ, ਤਾਂ ਉਹ ਕਲੀਅਰ ਹੋ ਜਾਂਦਾ ਕਿ ਬੰਦਾ ਗਲਤ ਕੁਆਲਿਟੀ ਦਾ ਮਾਲ ਦੇਗਾ। ਉਹ ਕੁਆਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ। ਜਿਹੜੇ ਸਹੀ ਐਕਚੁਅਲ ਜਿਹੜੇ ਮੈਨੂਫੈਕਚਰਰਸ ਨੇ, ਜਿਹੜੇ ਬੈਕਬੋਨ ਨੇ ਇੰਡਸਟਰੀ ਦੇਸ਼ ਦੀ ਰੈਵਨਿਊ ਜਨਰੇਟ ਕਰਨ 'ਚ, ਇੰਪਲੋਇਮੈਂਟ ਜਨਰੇਟ ਕਰਨ 'ਚ, ਉਹਨਾਂ ਨੂੰ ਕੰਮ ਮਿਲਣਾ ਚਾਹੀਦਾ ਤਾਂ ਕਿ ਜਿਹੜੀ ਇੰਡਸਟਰੀ ਰਿਵਾਈਵ ਕਰੇ। ਜਿਹੜੀਆਂ ਪ੍ਰੋਕਿਊਰਮੈਂਟ ਪਾਲਿਸੀਜ਼ ਗਵਰਨਮੈਂਟ, ਸਟੇਟ ਗਵਰਨਮੈਂਟ ਚਾਹੇ ਲੈ ਕੇ ਆਈ ਹੈ ਚਾਹੇ ਸੈਂਟਰ ਗਵਰਨਮੈਂਟ ਲੈ ਕੇ ਆਈ ਹੈ, ਉਹਨਾਂ ਨੂੰ ਇਨ ਟੋਟੈਲਿਟੀ ਲਾਗੂ ਕੀਤਾ ਜਾਵੇ।